करिए गुर विचार। सतनाम वाहिगुरु साहिब जी। श्री राग महला पहला। नानक बेड़ी सच की तरिया गुर विचार। एक आवे एक जावही पूर भरे अहंकार। मन हठ मती बूढ़ीऐ गुरमुख सच सोतार। गुर बिन क्यों तरिए सुख होए। ज्यों पावै त्यों राख तू मैं अवर न दूजा कोई। रहाउ आ गए देखो डो जलै पाशैर हरियो अंगूर। जिस ते उपजै तिस ते बिनसै घट घट सच भरपूर। आपे मेल मिलावही साचै महल हदूर। साह साह तुझ समला कदे ना विसारियो। ज्यों ज्यों साहिब मन वसै गुरमुख अमृत पेयो। मन तन तेरा तू धनी गर्भ निवार समेयो। जिन एह जगत उपाया त्रिभवन कर आकार। गुरमुख चानन जानिए मन मुख मुगद गुबार। घट घट जोत निरंतरी बूझै गुरमत सार। गुरमुख जिनी जानिया तिन कीचै साबास। सच्चे सेती रल मिले सच्चे गुण परगास। नानक नाम संतोखिया जियो पिंड प्रभ पास। नानक नाम संतोखिया जियो पिंड प्रभ पास। वाहिगुरु जी का खालसा वाहिगुरु जी की फतेह। सतनाम वाहिगुरु साहिब जियो। कर्महीन कुड़ियार मैं लोभी कामी बाम। लाज रखो निज बिरद की जगत कहै सिख
ਨਾਮ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਗਰੀਬ ਨਿਵਾਜ ਚਵਰ ਛਤਰ ਤਖਤ ਖੰਡਾਂ ਬ੍ਰਹਮੰਡਾਂ ਦੇ ਮਾਲਕ, ਸ਼ਬਦ ਗੁਰੂ ਮੁਕਤ ਭੁਗਤ ਜੁਗਤ ਦੇ ਦਾਤੇ, ਸਰਬ ਕਲਾ ਸਮਰੱਥ ਗੁਰ ਗੱਦੀ ਤੇ ਸੁਭਾਏ ਮਾਨ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ। ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਸ਼੍ਰੀ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦਾ ਗੁਰਮੁਖ ਪਿਆਰਿਆਂ ਕੋਲੋਂ ਪਾਠ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਜੋ ਸਾਨੂੰ ਵਿਚਾਰ ਬਖਸ਼ਿਸ਼ ਕਰ ਰਹੇ ਹਨ, ਆਓ ਇਸ ਵਿਚਾਰ ਦੇ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਕੇ ਰਸਨਾ ਨੂੰ ਪਵਿੱਤਰ ਕਰੀਏ। ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਸੀਸ ਝੁਕਾਉਂਦੇ ਹੋਏ ਸਰਬੱਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਸ੍ਰੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰਾਗਮਈ ਬਾਣੀ ਦਾ ਜਦੋਂ ਆਪਾਂ ਵਰਣਨ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਰਾਗ ਹੈ। ਤੇ ਰਾਗ ਦਾ ਅਰਥ ਪ੍ਰੇਮ, ਸ਼੍ਰੀ ਦਾ ਅਰਥ ਹੈ ਲక్ష్ਮੀ ਮਾਇਆ। ਭਾਵੇਂ ਇਹ ਇੱਕ ਰਾਗ ਦਾ ਵੀ ਨਾਮ ਹੈ, ਸ਼੍ਰੀ ਰਾਗ ਦਾ ਨਾਮ ਵੀ ਹੈ, ਪਰੰਤੂ ਮਹਾਰਾਜ ਨੇ ਇਹ ਆਰੰਭ ਵਿੱਚ ਸ਼੍ਰੀ ਰਾਗ ਨੂੰ ਪ੍ਰਥਮ ਸਥਾਨ ਕਿਉਂ ਦਿੱਤਾ? ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਾਸ ਨੂੰ ਬੁੱਧੀ ਬਖਸ਼ੀ, ਉਸ ਮੁਤਾਬਕ ਬੇਨਤੀ ਕਰਨ ਲੱਗਿਆ ਹਾਂ। ਕਿਉਂਕਿ ਜਦੋਂ ਤੱਕ ਇਹ ਕਾਇਆ ਹੈ, ਉਦੋਂ ਤੱਕ ਇਸ ਕਾਇਆ ਨੂੰ ਮਾਇਆ ਦੀ ਜ਼ਰੂਰਤ ਹੈ। ਮਾਇਆ ਦੇ ਨਾਲ ਮਨੁੱਖ ਆਪਣੇ ਤਨ ਦੇ ਸੁੱਖ ਹਾਸਲ ਕਰਦਾ ਹੈ, ਪਰੰਤੂ ਮਾਇਆ ਆਮ ਕਰਕੇ ਮਨੁੱਖ ਦੇ ਉੱਤੇ ਆਪਣਾ ਇੰਨਾ ਪ੍ਰਭਾਵ ਪਾ ਲੈਂਦੀ ਹੈ ਕਿ ਮਨੁੱਖ ਦੀ ਸੁਰਤ ਕਾਇਆ ਤੱਕ ਹੀ ਸੀਮਿਤ ਹੋ ਜਾਂਦੀ ਹੈ। ਪਰ ਇਸ ਕਾਇਆ ਨੂੰ ਸੁੱਖ ਕਿਉਂ ਦੇਣੇ ਨੇ, ਇਸ ਕਾਇਆ ਤੋਂ ਕੀ ਹੋਰ ਕੰਮ ਲੈਣਾ ਹੈ, ਇਹ ਮਨੁੱਖ ਅਕਸਰ ਭੁੱਲ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਸਮਝਾਈ, ਸ਼੍ਰੀ ਰਾਗ ਮਾਇਆ ਦਾ ਪਿਆਰ ਗੁਰਸਿੱਖੋ ਕਿਹੋ ਜਿਹਾ ਹੋਣਾ ਚਾਹੀਦਾ ਹੈ। ਔਰ ਪਹਿਲਾ ਹੀ ਸ਼ਬਦ ਹੈ ਸ਼੍ਰੀ ਰਾਗ ਦਾ, ਕਹਿੰਦੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ
ਲੀਪ ਆਵੈ ਚਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਰਹਾਉ ਦੀ ਪੰਕਤੀ ਹੈ ਅਗਲੀ ਪੰਕਤੀ, ਹਰ ਬਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀਂ ਥਾਉ। ਮਹਾਰਾਜ ਕਹਿੰਦੇ ਨੇ, ਹੇ ਵਾਹਿਗੁਰੂ, ਜੇ ਤੂੰ ਮੈਨੂੰ ਇਸ ਸੰਸਾਰ ਅੰਦਰ ਇੰਨਾ ਅਮੀਰ ਬਣਾ ਦੇ ਵੀ ਆਮ ਲੋਕ ਤਾਂ ਜਿਸ ਮਕਾਨ ਵਿੱਚ ਰਹਿੰਦੇ ਨੇ ਇੱਟਾਂ ਦੀ ਜੜਤ ਹੈ, ਸੀਮਿੰਟ ਦੇ ਨਾਲ ਉਹ ਚਿਣਾਏ ਜਾਂਦੇ ਨੇ, ਇੱਟਾਂ ਤੇ ਪੱਥਰਾਂ ਦਾ ਇੱਟਾਂ ਦਾ ਮਕਾਨ ਬਣਦਾ ਹੈ। ਪਰ ਜੇ ਤੂੰ ਮੈਨੂੰ ਇੰਨਾ ਅਮੀਰ ਬਣਾ ਦਵੇਂ, ਮੈਂ ਇੱਟਾਂ ਦੀ ਥਾਂ ਤੇ ਸੁੱਚੇ ਮੋਤੀ ਜੜ ਜੜ ਕੇ ਮਕਾਨ ਉਸਾਰ ਲਵਾਂ। ਫਿਰ 4 ਵਸਤੂਆਂ ਨੇ ਖੁਸ਼ਬੂਦਾਰ, ਜਿਨ੍ਹਾਂ ਦਾ ਵਰਣਨ ਕੀਤਾ ਹੈ, ਕਸਤੂਰ, ਕੁੰਗੂ, ਅਗਰ, ਚੰਦਨ। ਇਹਨਾਂ ਦਾ ਕਹਿੰਦੇ ਮੈਂ ਫਿਰ ਲੇਪ ਕਰ ਲਵਾਂ, ਇਹਨਾਂ ਨੂੰ ਮਿਕਸ ਕਰ ਲਵਾਂ। ਜਿਵੇਂ ਆਪਾਂ ਬਾਅਦ ਵਿੱਚ ਸੀਮਿੰਟ ਦਾ ਲੇਪ ਕਰਦੇ ਹਾਂ ਪਕਿਆਈ ਲਈ, ਕਹਿੰਦੇ ਫਿਰ ਮੈਂ ਇਹਨਾਂ 4 ਚੀਜ਼ਾਂ ਦਾ ਉਸ ਮੋਤੀਆਂ ਦੇ ਨਾਲ ਬਣੇ ਹੋਏ ਮਕਾਨ ਨੂੰ ਲੇਪ ਕਰਦੇ ਹਾਂ। ਵਿੱਚ ਬਾਹਰ ਹੀਰੇ ਰਤਨ ਜਵਾਹਰ ਜੜਦੇ ਹਾਂ। ਇੰਨਾ ਅਮੀਰ ਹੈ ਵਾਹਿਗੁਰੂ ਜੇ ਤੂੰ ਮੈਨੂੰ ਬਣਾ ਦੇ। ਪਰ ਫਿਰ ਵੀ ਮੇਰੀ ਅਰਦਾਸ ਹੈ ਤੇਰੇ ਚਰਨਾਂ ਵਿੱਚ, ਇਹੋ ਜਿਹੇ ਸੁੰਦਰ ਮਕਾਨ ਵਿੱਚ ਰਹਿੰਦਿਆਂ ਮਤਾ ਮੈਂ ਤੈਨੂੰ ਨਾ ਭੁੱਲ ਜਾਵਾਂ। ਕਿਉਂ ਅਰਦਾਸ ਕੀਤੀ? ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਲਿਆ ਤੇ ਗੁਰੂ ਨੇ ਮੈਨੂੰ ਜੋ ਜਵਾਬ ਦਿੱਤਾ ਉਹ ਇਹੀ ਆਖਿਆ, ਹਰ ਬਿਨ ਜਿਉ ਜਲ ਬਲ ਜਾਓ। ਚਾਹੇ ਝੌਂਪੜੀ ਵਿੱਚ ਰਹੇ, ਹਰੀ ਦਾ ਸਿਮਰਨ ਕੋਲ ਹੈ, ਇਹ ਤਨ ਮਨ ਹਰਿਆ ਭਰਿਆ ਰਹਿੰਦਾ ਹੈ। ਜੇ ਮਹਿਲ ਵਿੱਚ ਰਹੇ, ਇਹੋ ਜਿਹੇ ਮੋਤੀਆਂ ਦੇ ਮੰਦਰ ਵਿੱਚ ਕੋਈ ਰਹੇ, ਹਰੀ ਦਾ ਸਿਮਰਨ ਨਹੀਂ, ਉਹ ਉਸ ਮਹਿਲ ਤੋਂ ਸੁੱਖ ਨਹੀਂ ਲੈ ਸਕਦਾ, ਨਾ ਤਨ ਦਾ ਤੇ ਨਾ ਮਨ ਦਾ। ਇਸ ਲਈ ਸ਼੍ਰੀ ਰਾਗ ਵੀ ਮਾਇਆ ਦੇ ਨਾਲ ਗੁਰਸਿੱਖੋ ਆਪਾਂ ਕਿਹੋ ਜਿਹਾ ਪਿਆਰ ਕਰਨਾ ਹੈ। ਵੀ ਮਾਇਆ ਭਾਵੇਂ ਜਿੰਨੀ ਮਰਜ਼ੀ ਹੋਏ, ਪਰ ਇੱਕ ਅਰਦਾਸ ਜ਼ਰੂਰ ਇਹ ਕਰਨੀ ਚਾਹੀਦੀ ਹੈ, ਹੇ ਵਾਹਿਗੁਰੂ ਤੇਰਾ ਨਾਮ ਨਾ ਭੁੱਲ ਜਾਈਏ। ਕਿਉਂਕਿ ਹਰ ਬਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀਂ ਥਾਉ। ਹੁਣ ਇਹ ਸ਼੍ਰੀ ਰਾਗ ਜੋ ਸੂਚਕ ਹੈ ਰਾਗ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਮਹਿਲਾ ਪਹਿਲਾ ਜੋ ਸੂਚਕ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਗੁਰੂ ਮਹਾਰਾਜ ਨੇ ਇਸ ਪਾਵਨ ਸ਼ਬਦ ਨੂੰ ਆਪਣੀ ਪਵਿੱਤਰ ਰਸਨਾ ਦੇ ਰਾਹੀਂ ਉਚਾਰਨ ਕੀਤਾ ਹੈ। ਤੇ ਇਸ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ, ਆਪਾਂ ਇੱਥੋਂ ਵਿਚਾਰ ਆਰੰਭ ਕਰਾਂਗੇ। ਸ਼ਬਦ ਦਾ ਮੁੱਖ ਭਾਵ ਹੁੰਦਾ ਹੈ ਤੇ ਸ਼ਬਦ ਦੇ ਮੁੱਖ ਭਾਵ ਅੰਦਰ ਜੋ ਮਹਾਰਾਜ ਨੇ ਆਪਣੇ ਅਨਮੋਲ ਬਚਨ ਉਚਾਰਨ ਕੀਤੇ, ਆਓ ਭਾਈ ਸਾਹਿਬ ਜੀ ਕੋਲੋਂ ਉਹਨਾਂ ਬਚਨਾਂ ਦਾ ਪਿਆਰ ਦੇ ਨਾਲ ਪਾਠ ਸਰਵਣ ਕਰੀਏ। ਗੁਰ ਬਿਨ ਕਿਉਂ ਤਰੀਐ ਸੁਖ ਹੋਏ। ਕਹਿੰਦੇ ਗੁਰੂ ਤੋਂ ਬਿਨਾਂ ਕਿਉਂ ਤਰੀਏ, ਇੱਥੇ ਕਿਉਂ ਦਾ ਅਰਥ ਹੈ ਕਿਵੇਂ, ਕਿਵੇਂ ਤਰਿਆ ਜਾ ਸਕਦਾ ਹੈ ਤੇ ਕਿਵੇਂ ਸੁਖਮਈ ਜੀਵਨ ਪ੍ਰਾਪਤ ਕੀਤਾ ਜਾ ਸਕਦਾ ਹੈ। 2 ਗੱਲਾਂ ਨੇ, ਸੁਖ ਅਤੇ ਤਰਨਾ। ਮਨੁੱਖ ਆਮ ਪਾਣੀ ਦੀ ਗੱਲ ਕਰ ਲਈਏ, ਜਦੋਂ ਡੁੱਬਣ ਲੱਗਦਾ ਹੈ ਉਹ ਬਹੁਤ ਹੱਥ ਪੈਰ ਮਾਰਦਾ ਹੈ ਵੀ ਮੈਂ ਆਪਣੇ ਬਲਬੂਤੇ ਬਚ ਜਾਵਾਂ। ਜੇ ਨਹੀਂ ਉਹਨੂੰ ਆਸ ਹੁੰਦੀ ਮੈਂ ਆਪਣੇ ਬਲਬੂਤੇ ਬਚ ਸਕਦਾ, ਤਾਂ ਉਹ ਕੀ ਕਰਦਾ ਹੈ, ਫਿਰ ਡੁੱਬਦਾ ਹੋਇਆ ਹੱਥ ਉਤਾਂਹ ਨੂੰ ਕਰਦਾ ਹੈ, ਕਿਉਂਕਿ ਸਿਰ ਦੇ ਉੱਤੇ ਹੱਥ ਅੱਗੇ ਚਲਾ ਜਾਂਦਾ ਹੈ, ਤਾਂ ਕਿ ਵੀ ਸਿਰ ਤਾਂ ਮੇਰਾ ਗਿਆ ਪਾਣੀ ਵਿੱਚ, ਮੇਰਾ ਹੱਥ ਹੀ ਕੋਈ ਵੇਖ ਲਵੇ ਤੇ ਕਿਸੇ ਦੇ ਦਇਆ ਆ ਜਾਏ ਤੇ ਮੇਰਾ ਹੱਥ ਪਕੜ ਕੇ ਮੈਨੂੰ ਬਾਹਰ ਕੱਢ ਲਏ, ਜਾਂ ਘੱਟੋ ਘੱਟ ਇੰਨਾ ਤਾਂ ਜ਼ਰੂਰ ਪਤਾ ਲੱਗ ਜਾਏ ਵੀ ਡੁੱਬਣ ਵਾਲਾ ਇੱਥੇ ਡੁੱਬਿਆ ਹੈ ਤੇ ਕੋਈ ਕੱਢਣ ਵਾਲਾ ਆ ਜੇ ਉਹਨੂੰ ਦੱਸ ਸਕੇ ਵੀ ਇੱਥੇ ਡੁੱਬਿਆ ਹੈ। ਗੁਰੂ ਮਹਾਰਾਜ ਨੇ ਬਾਣੀ ਵਿੱਚ
ਇਹ ਅੰਕਿਤ ਕੀਤਾ। ਪਹਿਲਾਂ ਤਾਂ ਬੇਨਤੀ ਕੀਤੀ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਫਿਰ ਕਹਿੰਦੇ ਮੈਂ ਡੁੱਬ ਰਿਹਾ, ਮੈਂ ਕੀ ਕੀਤਾ, ਉੱਪਰ ਪੂਜਾ ਕਰ। ਪੂਜਾ ਦਾ ਅਰਥ ਬਾਂਹ, ਕਹਿੰਦੇ ਮੈਂ ਬਾਂਹ ਉਤਾਂ ਕੀਤੀ, ਉੱਪਰ ਪੂਜਾ ਕਰ, ਮੈਂ ਗੁਰ ਪਹਿ ਪੁਕਾਰਿਆ, ਤਿਨ ਹੋਂ ਲਿਆ ਉਬਾਰੀ। ਮੈਂ ਪੁਕਾਰ ਕੀਤੀ, ਫਰਿਆਦ ਕੀਤੀ, ਡੁੱਬਦੇ ਨੇ, ਤੇ ਮੇਰੇ ਗੁਰੂ ਨੇ ਮੇਰੇ ਤੇ ਤਰਸ ਖਾਧਾ, ਮੇਰੀ ਬਾਂਹ ਪਕੜ ਲਈ, ਬਾਂਹ ਪਕੜ ਕੇ ਕੱਢ ਲਿਆ, ਮੈਨੂੰ ਬਚਾ ਲਿਆ। ਉਬਾਰੀ ਦਾ ਅਰਥ ਹੀ ਹੈ ਬਚਾ ਲੈਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਇੱਕ ਮਨੁੱਖ ਡੁੱਬਣ ਤੋਂ ਡਰਦਾ ਹੈ, ਕਿਉਂਕਿ ਡੁੱਬਣ ਤੋਂ ਬਾਅਦ ਮੌਤ ਹੈ। ਗੁਰੂ ਮਹਾਰਾਜ ਨੇ ਬਾਣੀ ਵਿੱਚ, ਗੁਰੂ ਨਾਨਕ ਸਾਹਿਬ ਜੀ ਨੇ ਕਥਨ ਕੀਤਾ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਤਿਨ ਹੈ ਦਾ ਅਰਥ ਹੈ ਉਸੇ ਪ੍ਰਮਾਤਮਾ ਨੇ। ਇਹ ਕੀਆ ਭਾਵ ਕੀਤਾ ਹੈ, ਬਣਾਇਆ ਹੈ। ਇਹ ਮਨੁੱਖ ਤੇਰਾ ਨਿਵਾਸ ਉਸ ਸਰੋਵਰ ਵਿੱਚ ਹੋਇਆ ਜਿਸ ਵਿੱਚ ਪਾਣੀ ਨਹੀਂ ਹੈ। ਪਾਣੀ ਦੀ ਥਾਂ ਤੇ ਕੀ ਹੈ? ਪਾਣੀ ਪਾਵਕ। ਪਾਵਕ ਦਾ ਅਰਥ ਅੱਗ। ਪਾਣੀ ਦੀ ਥਾਂ ਤੇ ਅੱਗ ਹੈ, ਈਰਖਾ ਦੀ ਅੱਗ, ਤ੍ਰਿਸ਼ਨਾ ਦੀ ਅੱਗ। ਅਰ ਕੀਤਾ ਵੀ ਉਸਨੇ, ਇਹ ਸਭ ਕੁਝ ਜਿਹਨੇ ਬਣਾਇਆ ਹੈ। ਅੱਗੇ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚਾਲੈ। ਇਹਦਾ ਉਚਾਰਨ ਪੱਗ ਹੈ, ਇਹਨੂੰ ਸਿੰਪਲੀ ਉਚਾਰਨ ਹੋਏਗਾ, ਪੱਗ ਨਹੀਂ। ਪੱਗ ਦਾ ਅਰਥ ਫਿਰ ਦਸਤਾਰ ਬਣ ਜਾਏਗਾ, ਪੱਗ ਪੈਰ। ਮੋਹ ਰੂਪੀ ਚਿੱਕੜ ਹੈ ਤੇ ਜੀਵ ਫਸਿਆ ਹੋਇਆ ਹੈ ਮੋਹ ਰੂਪੀ ਚਿੱਕੜ ਵਿੱਚ। ਪੈਰ ਰੱਬ ਵਾਲੇ ਪਾਸੇ ਨੂੰ ਤੁਰਦੇ ਨਹੀਂ, ਪੁੱਟੇ ਨਹੀਂ ਜਾਂਦੇ। ਪਾਣੀ ਪਾਵਕ ਤਿਨ੍ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਹਮ ਦੇਖਾ ਤਾਂ ਡੂਬੀ ਵਾਲੇ, ਅਸੀਂ ਦੇਖ ਰਹੇ ਹਾਂ ਲੋਕਾਂ ਨੂੰ ਡੁੱਬਦਿਆਂ ਹੋਇਆਂ ਨੂੰ। ਗ੍ਰਸਥ ਜੀਵਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਰਹਿਣਾ ਸਿਖਾਇਆ। ਕੁਝ ਲੋਕ ਗ੍ਰਸਥ ਤੋਂ ਡਰ ਗਏ, ਤਿਆਗ ਗਏ, ਪਰ ਤਿਆਗਣ ਤੋਂ ਬਾਅਦ ਵੀ ਤਿਆਗ ਨਹੀਂ ਸਕੇ। ਮਨ ਭਟਕਦਾ ਰਿਹਾ। ਭਗਤ ਕਬੀਰ ਜੀ ਕਹਿੰਦੇ ਨੇ, ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਗਈ, ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੋਂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਤਿਆਗਣ ਤੋਂ ਬਾਅਦ ਵੀ ਤਿਆਗ ਨਹੀਂ ਸਕੇ। ਹੁਣ ਗ੍ਰਸਥ ਜੀਵਨ ਵਿੱਚ ਜੋਗੀ ਕਹਿੰਦੇ ਅਸੀਂ ਵੀ ਨਹੀਂ ਪਏ। ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ ਵੀ ਇਹ ਗੁਰੂ ਨਾਨਕ, ਤੈਨੂੰ ਡਰ ਨਹੀਂ ਲੱਗਦਾ? ਤੂੰ ਆਪ ਵੀ ਗ੍ਰਸਤੀ, ਤੂੰ ਆਪਣੇ ਸਿੱਖਾਂ ਨੂੰ ਵੀ ਕਹਿੰਦਾ ਗ੍ਰਸਥ ਜੀਵਨ ਵਿੱਚ ਪਵੋ, ਗ੍ਰਸਥ ਜੀਵਨ ਧਾਰਨ ਕਰੋ। ਅਸੀਂ ਤਾਂ ਡਰ ਗਏ, ਅਸੀਂ ਤਿਆਗ ਦਿੱਤਾ। ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਜਹਾਜ਼ ਦੀ ਜ਼ਰੂਰਤ ਹੁੰਦੀ ਹੈ ਜੇ ਪਾਣੀ ਹੈ। ਸਮੁੰਦਰੀ ਜਹਾਜ਼ ਦੀ ਗੱਲ ਕਰ ਰਿਹਾ ਹਾਂ। ਜੇ ਪਾਣੀ ਹੈ ਤਾਂ ਸਮੁੰਦਰੀ ਜਹਾਜ਼ ਦੀ ਜ਼ਰੂਰਤ ਹੈ, ਜੇ ਪਾਣੀ ਹੀ ਨਹੀਂ ਤਾਂ ਜਹਾਜ਼ ਦੀ ਕੋਈ ਜ਼ਰੂਰਤ ਨਹੀਂ। ਜੇ ਕਹਿੰਦੇ ਸੰਸਾਰ ਹੈ ਤਾਂ ਗੁਰੂ ਦੀ ਜ਼ਰੂਰਤ ਹੈ। ਗੁਰੂ ਜਹਾਜ਼ ਹੈ। ਬਾਣੀ ਵਿੱਚ ਬਚਨ ਹੈ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਜੇ ਸੰਸਾਰ ਹੈ ਤਾਂ ਗੁਰੂ ਦੀ ਲੋੜ ਹੈ, ਜੇ ਪਾਣੀ ਹੈ ਤਾਂ ਜਹਾਜ਼ ਦੀ ਲੋੜ ਹੈ। ਕਹਿੰਦੇ ਜੇ ਪਾਣੀ ਨਹੀਂ ਜਹਾਜ਼ ਦੀ ਕੀ ਲੋੜ, ਜੇ ਸੰਸਾਰ ਨਹੀਂ ਤਾਂ ਗੁਰੂ ਦੀ ਕੀ ਲੋੜ। ਤੇ ਫਿਰ ਉਹ ਜਹਾਜ਼ ਕਾਹਦਾ ਜਿਹੜਾ ਪਾਣੀ ਵਿੱਚ ਤੈਰਨ ਤੋਂ ਡਰ ਜਾਏ? ਜਹਾਜ਼ ਤਾਂ ਹੈ, ਆਪ ਵੀ ਪਾਣੀ ਵਿੱਚ ਤੈਰਦਾ ਹੈ, ਤੇ ਜਿਹੜਾ ਵਿੱਚ ਉਹਦੇ ਅਸਵਾਰ ਹੋ ਜਾਏ ਉਸ ਨੂੰ ਵੀ ਪਾਰ ਲੰਘਾ ਦਿੰਦਾ, ਡੁੱਬਣ ਤੋਂ ਬਚਾ ਦਿੰਦਾ ਹੈ। ਤੇ ਫਿਰ ਉਹ ਗੁਰੂ ਕਾਹਦਾ ਜਿਹੜਾ ਆਪ ਸੰਸਾਰ ਸਮੁੰਦਰ ਤੋਂ ਡਰ ਜਾਏ, ਤੇ ਫਿਰ ਉਹ ਦੂਜਿਆਂ ਨੂੰ ਕੀ ਤਾਰੇਗਾ? ਮਹਾਰਾਜ ਕਹਿਣ ਲੱਗੇ, ਹੇ ਜੋਗੀਓ,
ਤੁਹਾਡੇ ਕੋਲ ਜੁਗਤੀ ਨਹੀਂ, ਬਸ ਘਾਟ ਇਹ ਹੈ। ਔਰ ਤੁਸੀਂ ਗ੍ਰਸਤ ਤੋਂ ਉਪਰਾਮ ਹੋ ਕੇ ਕਹਿੰਦੇ ਹੋ ਅਸੀਂ ਤਿਆਗੀ ਬਣ ਗਏ, ਤੇ ਤੁਸੀਂ ਉਹਨਾਂ ਗ੍ਰਸਤਿਆਂ ਦੇ ਦਰ ਤੇ ਜਾ ਕੇ ਅਲੱਖ ਨਿਰੰਜਨ ਦਾ ਹੋਕਾ ਦੇ ਕੇ ਭਿੱਖਿਆ ਮੰਗਦੇ ਹੋ। ਫਿਰ ਉਹਨਾਂ ਨੂੰ ਕਹਿੰਦੇ ਹੋ ਮਾੜੇ, ਵੀ ਤੁਸੀਂ ਨਹੀਂ ਰੱਬ ਨੂੰ ਮਿਲ ਸਕਦੇ, ਕਿਉਂ? ਤੁਸੀਂ ਗ੍ਰਸਤੀ ਹੋ। ਉਹਨਾਂ ਦੇ ਦਰ ਤੇ ਭਿੱਖਿਆ ਮੰਗਦੇ ਹੋ। ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਮਹਾਰਾਜ ਕਹਿੰਦੇ ਇਸ ਭੇਖੈ ਥਾਵੋਂ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਇਸ ਭੇਖ ਤੋਂ ਤਾਂ ਚੰਗਾ ਗ੍ਰਸਤੀ ਹੈ ਤੁਹਾਡੇ ਤੋਂ, ਜਿਹੜਾ ਆਇਆਂ ਨੂੰ, ਤੁਹਾਡੇ ਵਰਗਿਆਂ ਨੂੰ ਵਰਸਾ ਦਿੰਦਾ ਹੈ, ਯਾਨੀ ਕਿ ਕੁਝ ਨਾ ਕੁਝ ਦੇ ਕੇ ਤੋਰਦਾ, ਖਾਲੀ ਨਹੀਂ ਜਾਣ ਦਿੰਦਾ। ਸਾਹਿਬ ਜੀ ਕਹਿਣ ਲੱਗੇ ਤੁਹਾਡੇ ਕੋਲ ਜੁਗਤੀ ਨਹੀਂ। ਉਹ ਜੁਗਤੀ ਕੀ? ਇਹੀ ਕਿ ਜਦੋਂ ਤੱਕ ਕਾਇਆ ਹੈ ਉਦੋਂ ਤੱਕ ਲੋੜ ਤਾਂ ਹੈ ਮਾਇਆ ਦੀ, ਪਰ ਮਾਇਆ ਕਮਾਣੀ ਕਿਵੇਂ ਹੈ? ਧਰਮ ਦੀ ਕਿਰਤ ਕਰਕੇ। ਜਦੋਂ ਗ੍ਰਸਤੀ ਆਪਣੇ ਧੀਆਂ ਪੁੱਤਰਾਂ ਦੇ ਮੋਹ ਵਿੱਚ ਫਸ ਕੇ ਧਰਮ ਦੀ ਕਿਰਤ ਛੱਡ ਕੇ ਪਾਪ ਦੀ ਕਿਰਤ ਕਰਕੇ ਘਰ ਲਿਆਂਦਾ ਹੈ, ਬਸ ਉਹ ਪਾਪ ਦੀ ਕਿਰਤ ਹੀ ਉਸ ਨੂੰ ਇਸ ਭਵ ਸਾਗਰ ਵਿੱਚ ਡੋਬ ਦਿੰਦੀ ਹੈ। ਗੁਰੂ ਮਹਾਰਾਜ ਨੇ ਇੱਕ ਬਚਨ ਕੀਤਾ ਬਾਣੀ ਵਿੱਚ, ਕਹਿੰਦੇ ਨੇ ਗ੍ਰਸਤ ਜਿਹੜਾ ਹੈ ਇਹ ਜ਼ਰੂਰੀ ਵੀ ਹੈ, ਪਰ ਜੁਗਤੀ ਹੋਣੀ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਕਬੀਰ ਜੀ ਦਾ ਇੱਕ ਸ਼ਲੋਕ ਪਹਿਲਾਂ ਆਪ ਨਾਲ ਸਾਂਝਾ ਕਰਦੇ ਹਾਂ। ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਕਹਿੰਦੇ ਜੇ ਗ੍ਰਸਤ ਜੀਵਨ ਵਿੱਚ ਪਿਆ ਹੈ ਤਾਂ ਤੇਰਾ ਧਰਮ ਹੀ ਹੋਣਾ ਬਹੁਤ ਲਾਜ਼ਮੀ ਹੈ। ਜੇ ਤੇਰੇ ਕੋਲ ਧਰਮ ਨਹੀਂ ਤਾਂ ਇਹ ਗ੍ਰਸਤ ਜੀਵਨ ਹੀ ਤੈਨੂੰ ਡੁੱਬਣ ਦਾ ਕਾਰਨ ਬਣ ਜਾਏਗਾ। ਜੇ ਨਹੀਂ ਇਹ ਪੈਣਾ, ਕਹਿੰਦੇ ਬੈਰਾਗੀ ਬਣ ਜਾ, ਪਰ ਬੈਰਾਗੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਬੈਰਾਗੀ ਦਾ ਮਨ ਵੀ ਭਟਕੀ ਜਾਂਦਾ ਹੈ। ਬੈਰਾਗੀ ਬੰਧਨ ਕਰੈ, ਬੰਧਨਾਂ ਵਿੱਚ ਪਾ ਦਿੰਦਾ ਹੈ। ਤਾਕੋ ਵੱਡੋ ਅਭਾਗ, ਉਹ ਭੈੜੀ ਕਿਸਮਤ ਵਾਲਾ ਹੈ, ਸਮਝੋ। ਹੁਣ ਮਹਾਰਾਜ ਕਹਿੰਦੇ ਨੇ ਇੱਕ ਤਾਂ ਕਹਿੰਦੇ ਗ੍ਰਸਤ ਹੈ ਇਹ ਸਾਗਰ, ਦੂਜਾ ਮਨੁੱਖ ਉਸ ਵਿੱਚ ਪੈ ਗਿਆ, ਤੇ ਪਿਆ ਵੀ ਕਿਵੇਂ? ਪਾਪਾਂ ਰੂਪੀ ਪੱਥਰ ਬੰਨ੍ਹ ਲਏ ਨਾਲ। ਹੁਣ ਜਿਹਨੇ ਪਾਣੀ ਵਿੱਚ ਡੁੱਬ ਜਾਏ, ਨਾਲ ਪੱਥਰ ਵੀ ਬੰਨੇ ਹੋਣ ਲੱਕ ਨਾਲ, ਤੇ ਉਹਦਾ ਉੱਪਰ ਆਉਣ ਦਾ ਕੋਈ ਆਸਾਰ ਨਹੀਂ, ਉਹ ਤਾਂ ਡੁੱਬੇਗਾ, ਕਿਉਂਕਿ ਪੱਥਰ ਬੰਨੇ ਨੇ, ਪੱਥਰਾਂ ਦੇ ਭਾਰ ਕਾਰਨ ਉੱਪਰ ਆ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਭਾਈ ਇਹ ਪਾਪ ਤੋਂ ਬਚ ਜਾਏ ਜੇ ਗ੍ਰਸਤੀ, ਤਾਂ ਇਹ ਗ੍ਰਸਤ ਵਿੱਚ ਰਹਿੰਦਿਆਂ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਕਰ ਸਕਦਾ ਹੈ। ਜੇ ਪਾਪ ਦੀ ਕਿਰਤ, ਫਿਰ ਜਿਸ ਔਲਾਦ ਲਈ ਕਰਦਾ ਹੈ ਉਹ ਔਲਾਦ ਵੀ ਦੁੱਖ ਦਿੰਦੀ ਹੈ, ਜਿਸ ਇਸਤਰੀ ਲਈ ਕਰਦਾ ਹੈ ਉਹ ਇਸਤਰੀ ਵੀ ਦੁੱਖ ਦਿੰਦੀ ਹੈ। ਫਿਰ ਉਹਨਾਂ ਤੋਂ ਸੁੱਖ ਦੀ ਆਸ ਨਹੀਂ ਰੱਖੀ ਜਾ ਸਕਦੀ। ਗੁਰੂ ਸਾਹਿਬ ਜੀ ਕਹਿੰਦੇ ਨੇ ਦੇਖੋ, ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਕਹਿੰਦੇ ਘਰ ਇੱਕ ਘੁੰਮਣ ਵਾਣੀ ਹੈ, ਇੱਕ ਤਾਂ ਪਾਣੀ ਹੈ ਚੱਲ ਰਿਹਾ ਹੈ, ਉਹਦੇ ਵਿੱਚ ਕੋਈ ਡੁੱਬ ਜੇ ਕੁਝ ਨਾ ਕੁਝ ਉਹਦੇ ਬਚਣ ਦੀ ਆਸ ਹੁੰਦੀ ਹੈ, ਪਰ ਇੱਕ ਥਾਂ ਤੇ ਪਾਣੀ ਜਦੋਂ ਘੁੰਮ ਕੇ ਚੱਲਦਾ ਹੈ ਨਾ, ਉਹਨੂੰ ਘੁੰਮਣ ਵਾਣੀ ਕਹਿੰਦੇ ਆ। ਉਹਦੇ ਵਿੱਚ ਕੋਈ ਡਿੱਗ ਜਾਏ ਫਿਰ ਉਹਦੀ ਆਸ ਨਹੀਂ ਹੁੰਦੀ ਉੱਤੇ ਆ ਜਾਏਗਾ। ਜਦ ਉੱਤੇ ਆਏਗਾ ਤਾਂ 2-3 ਕਿਲੋਮੀਟਰ ਦੂਰ ਜਾ ਕੇ ਸਵਾਸ ਨਿਕਲੇ ਹੋਣਗੇ, ਸਿਰਫ ਸਰੀਰ ਹੀ ਤਰਦਾ ਆਏਗਾ। ਘੁੰਮਣ ਵਾਣੀ ਵਿੱਚ ਡਿੱਗਿਆ ਨਹੀਂ ਬਚ ਸਕਦਾ। ਪਰ ਮਹਾਰਾਜ ਕਹਿੰਦੇ ਨੇ ਇਹ ਘਰ ਘੁੰਮਣ ਵਾਣੀ ਹੈ, ਘਰ ਘੁੰਮਣ ਵਾਣੀ ਭਾਈ। ਤੇ ਜੀਵ ਕੀ ਕਰਦਾ ਹੈ? ਇਸ ਘੁੰਮਣ ਵਾਣੀ ਵਿੱਚ ਫਸਿਆ ਪਾਪ ਪੱਥਰ, ਪਾਪਾਂ ਰੂਪੀ ਪੱਥਰ ਬੰਨ੍ਹ ਲੈਂਦਾ ਹੈ ਲੱਕ ਨਾਲ। ਮਹਾਰਾਜ ਕਹਿੰਦੇ ਨੇ ਤਰਨ ਨਾ ਜਾਈ, ਫੇਰ ਨਹੀਂ ਤਰ ਸਕਦਾ। ਹੁਣ ਜੇ ਕੋਈ ਆਖੇ ਵੀ ਆਪਾਂ ਇਸ ਘੁੰਮਣ ਵਾਣੀ ਵਿੱਚ ਪੈਣਾ ਹੀ ਨਹੀਂ, ਗ੍ਰਸਤ ਜੀਵਨ ਵਿੱਚ ਪੈਣਾ ਹੀ ਨਹੀਂ, ਮਹਾਰਾਜ ਕਹਿੰਦੇ ਨੇ ਇਹ ਵੀ ਨਹੀਂ। ਗ੍ਰਸਤ ਬਣਨਾ ਹੈ। ਤੇ ਹੁਣ ਜੁਗਤੀ ਦੱਸ ਰਹੇ ਨੇ ਅੱਗੇ, ਕਹਿੰਦੇ ਭਉ ਬੇੜਾ
ਜਿਉ ਚੜਾਊ। ਰੱਬ ਤੋਂ ਡਰ ਕੇ ਰੱਬ ਤੋਂ ਡਰ ਕੇ ਜੀਵਨ ਬਤੀਤ ਕਰ। ਔਰ ਜਦੋਂ ਰੱਬ ਦਾ ਡਰ ਮਨ ਵਿੱਚ ਆ ਜਾਏ ਫਿਰ ਪਾਪ ਨਹੀਂ ਹੋ ਸਕਦੇ। ਉਸੇ ਵੇਲੇ ਹੱਥ ਪਿਛਾਂ ਹਟੇਗਾ। ਜਿਹੜਾ ਰੱਬ ਤੋਂ ਡਰਦਾ ਨਹੀਂ, ਪਾਪਾਂ ਵਾਲੇ ਪਾਸੇ ਵੀ ਉਹੀ ਤੁਰਦਾ ਹੈ। ਭਾਉ ਡਰ, ਭਾਉ ਬੇੜਾ ਜਿਉ ਚੜਾਊ, ਕਹੋ ਨਾਨਕ ਦੇਵੈ ਕਾਹੂ। ਮਹਾਰਾਜ ਕਹਿੰਦੇ ਨੇ ਪਰ ਰੱਬ ਤੋਂ ਕੋਈ ਵਿਰਲਾ ਹੀ ਡਰਦਾ ਹੈ। ਜਿਹੜਾ ਡਰ ਗਿਆ ਉਹ ਪਾਪਾਂ ਤੋਂ ਬਚ ਗਿਆ। ਉਹਦੇ ਲਈ ਘਰ ਘੁੰਮਣ ਵਾਣੀ ਸੀ ਜੋ, ਉਹ ਹੀ ਸੁੱਖਾਂ ਦਾ ਸਾਧਨ ਬਣ ਜਾਏਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆਖਿਆ, ਕਹਿੰਦੇ ਗੁਰੂ ਤੋਂ ਬਗੈਰ ਦੱਸੋ ਕਿਵੇਂ ਸੁਖਮਈ ਜੀਵਨ ਕੋਈ ਪ੍ਰਾਪਤ ਕਰ ਸਕਦਾ ਹੈ। ਗੁਰੂ ਤੋਂ ਬਗੈਰ ਨਹੀਂ। ਆਪਣੀ ਕੋਈ ਸਮਝ ਵਰਤ ਲਏ, ਚਤੁਰਾਈ ਵਰਤ ਲਏ ਵੀ ਮੈਨੂੰ ਗੁਰੂ ਦੀ ਲੋੜ ਨਹੀਂ, ਸੁਖਮਈ ਜੀਵਨ ਮੈਂ ਇੱਦਾਂ ਹੀ ਬਣਾ ਲਵਾਂਗਾ, ਨਹੀਂ। ਗੁਰੂ ਦਾ ਹੋਣਾ ਜ਼ਿੰਦਗੀ ਦੇ ਵਿੱਚ ਬੜਾ ਲਾਜ਼ਮੀ ਹੈ। ਹੁਣ ਸਿੱਖ ਸਿਧਾਂਤ ਇਹ ਕਹਿੰਦਾ ਭਾਈ ਜੇ ਗੁਰੂ ਵਾਲਾ ਬਣਨਾ ਹੈ ਤਾਂ ਫਿਰ ਖੰਡੇ ਦੀ ਪਹੁਲ ਛਕ, ਉਹੀ ਗੁਰੂ ਵਾਲਾ ਮੰਨਿਆ ਗਿਆ ਹੈ। ਜੇ ਕੋਈ ਖੰਡੇ ਦੀ ਪਹੁਲ ਨਹੀਂ ਛਕੀ, ਸਿਰਫ ਗੁਰੂਦੁਆਰੇ ਆਉਂਦਾ ਹੈ, ਤਾਂ ਉਹ ਗੁਰੂ ਘਰ ਦਾ ਸ਼ਰਧਾਲੂ ਤਾਂ ਮੰਨਿਆ ਜਾ ਸਕਦਾ ਹੈ। ਕਿਉਂਕਿ ਗੁਰੂ ਘਰ ਆ ਕੇ ਕੋਈ ਵੀ ਗੈਰ ਸਿੱਖ ਵੀ ਆ ਕੇ ਬੇਨਤੀ ਕਰੇ, ਉਹਦੀ ਵੀ ਮਹਾਰਾਜ ਝੋਲੀਆਂ ਭਰਦੇ ਨੇ। ਪਰ ਸਿੱਖ ਬਣਨ ਦੇ ਲਈ ਖੰਡੇ ਦੀ ਪਹੁਲ ਛਕਣੀ ਅਤਿਅੰਤ ਜ਼ਰੂਰੀ ਹੈ।